ਸਾਨੂੰ ਆਪਣੇ ਦੇਸ਼ ਦੀਆਂ ਔਰਤਾਂ ਵਿੱਚ ਰਾਣੀ ਲਕਸ਼ਮੀਬਾਈ, ਰਾਣੀ ਦੁਰਗਾਵਤੀ ਵਰਗੀਆਂ ਔਰਤਾਂ ਦੀ ਕਲਪਨਾ ਅਤੇ ਸਥਾਪਨਾ ਕਰਨੀ ਚਾਹੀਦੀ ਹੈ, ਜੋ ਕਿਸੇ ਵੀ ਦੁਰਾਚਾਰੀ ਦੇ ਛੱਕੇ ਛੁਡਾ ਸਕਣ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰੀਆ। ਪੁਸਤਕ ਦਾ ਨਾਮ ਨਾਰੀ ਨੂੰ ਮਨੁੱਖ ਸਮਝਿਆ ਜਾਵੇ। ਪੁਸਤਕ ਦੀ ਜਾਣਕਾਰੀ। ਨਾਰੀ ਕਿਸੇ ਵੀ ਗੱਲ ਵਿੱਚ ਨਰ ਤੋਂ ਪਿੱਛੇ ਨਹੀਂ। ਬੌਧਿਕ ਪ੍ਰਖਰਤਾ ਦੇ ਖੇਤਰ ਵਿੱਚ ਉਹ ਹਮੇਸ਼ਾ ਅੱਗੇ ਰਹੀ ਹੈ। ਲੜਕਿਆਂ ਦੇ ਮੁਕਾਬਲੇ ਵਿੱਚ ਉਹ ਵੱਧ ਅਨੁਪਾਤ ਵਿੱਚ ਪਾਸ ਹੁੰਦੀਆਂ ਹਨ ਅਤੇ ਚੰਗੇ ਅੰਕ ਪ੍ਰਾਪਤ ਕਰਦੀਆਂ ਹਨ। ਕਲਾ ਕੌਸ਼ਲ ਦੇ ਖੇਤਰ ਵਿੱਚ ਹਮੇਸ਼ਾ ਅੱਗੇ ਹੀ ਰਹੀਆਂ ਹਨ। ਸੰਗੀਤ ਅਤੇ ਗਾਇਨ ਦੀ ਵਿਸ਼ੇਸ਼ਤਾ ਨੂੰ ਸਭ ਜਾਣਦੇ ਹਨ। ਪ੍ਰਤਿਭਾ ਅਤੇ ਆਕਰਸ਼ਣ ਵਿੱਚ ਪੁਰਸ਼ਾਂ ਨੂੰ ਹਮੇਸ਼ਾ ਪਿੱਛੇ ਛੱਡਦੀਆਂ ਰਹੀਆਂ ਹਨ। ਐਕਟਿੰਗ ਅਤੇ ਡਾਂਸ ਵਿੱਚ ਮਰਦ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਸਨੇਹ, ਸ਼ਿਸ਼ਟਾਚਾਰ, ਉਦਾਰਤਾ, ਹਮਦਰਦੀ ਦੀ ਦ੍ਰਿਸ਼ਟੀ ਤੋਂ ਉਹਨਾਂ ਦਾ ਅੰਤःਕਰਨ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਜਿਵੇਂ ਉਹ ਮਮਤਾ ਅਤੇ ਕਰੁਣਾ ਦੀ ਅਸਲ ਮੂਰਤ ਬਣ ਕੇ ਇਸ ਧਰਤੀ ਤੇ ਉਤਰੀ ਹੋਵੇ। ਮਾਨਵੀ ਵੰਸ਼ ਫੈਲਾਉਣ ਵਿੱਚ ਜ਼ਿਆਦਾਤਰ ਜ਼ਿੰਮੇਵਾਰੀ ਉਹਨਾਂ ਨੂੰ ਹੀ ਨਿਭਾਉਣੀ ਪੈਂਦੀ ਹੈ। ਪਿਤਾ ਤਾਂ ਇਸ ਸੰਦਰਭ ਵਿੱਚ ਨਮਿਤ ਮਾਤਰ ਹੈ। ਇਹ ਨਾਰੀ ਦੀ ਵਡਿਆਈ ਅਤੇ ਵਿਸ਼ੇਸ਼ਤਾਵਾਂ ਦਾ ਉਲੇਖ ਹੈ, ਪਰ ਇੰਨਾ ਮੰਨਣ ਵਿੱਚ ਕਿਸੇ ਨੂੰ ਕੀ ਇਤਰਾਜ਼ ਹੈ ਤਾਂ ਉਸਨੂੰ ਪੁਰਸ਼ ਦੇ ਬਰਾਬਰ ਤਾਂ ਮੰਨਣਾ ਹੀ ਪਵੇਗਾ। ਇਹ ਸਮਾਨਤਾ ਉਦੋਂ ਹੀ ਪ੍ਰਗਟ ਹੋ ਸਕਦੀ ਹੈ ਜਦੋਂ ਇੱਕ ਦੂਜੇ ਦੇ ਲਈ ਦੋਵੇਂ ਧਿਰਾਂ ਦੇ ਕਰਤੱਵ ਅਤੇ ਅਧਿਕਾਰ ਬਰਾਬਰ ਹੋਣ। ਇਸ ਵਿੱਚ ਫਰਕ ਪੈਂਦੇ ਹੀ ਅਨਿਆਏ ਸ਼ੁਰੂ ਹੋ ਜਾਂਦਾ ਹੈ। ਇਸ ਅਨਿਆਏ ਤੋਂ ਭਾਰਤ ਦਾ ਨਾਰੀ ਵਰਗ ਹੀ ਨਹੀਂ, ਵਿਸ਼ਵ ਦੇ ਅਖੌਤੀ ਸੱਜਣ ਕਹਾਉਣ ਵਾਲੇ ਦੇਸ਼ਾਂ ਦੀ ਵੀ ਇਹੀ ਸਥਿਤੀ ਹੈ। ਆਓ ਨਾਰੀ ਦੀ ਹੋਂਦ ਨਾਲ ਜੁੜੇ ਕੁਝ ਸਵਾਲਾਂ ਤੇ ਵਿਚਾਰ ਕਰੀਏ। ਕਿਸ ਦ੍ਰਿਸ਼ਟੀਕੋਣ ਤੋਂ ਪੁਰਸ਼ ਨਾਰੀ ਦੇ ਰਿਣੀ ਅਤੇ ਸ਼ੁਕਰਗੁਜ਼ਾਰ ਹਨ? ਨਾਰੀ ਦਾ ਅਤੀਤ ਕਿਵੇਂ ਦਾ ਰਿਹਾ ਹੈ? ਕੀ ਨਾਰੀ ਨੂੰ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ? ਕੀ ਨਾਰੀ ਸਮਾਜ ਵਿੱਚ ਕੋਈ ਯੋਗਦਾਨ ਨਹੀਂ ਪਾਉਂਦੀ? ਨਾਰੀ ਨੂੰ ਉਸਦਾ ਸਥਾਨ ਦੇਣ ਵਿੱਚ ਪਰੇਸ਼ਾਨੀ ਕਿੱਥੇ ਹੈ? ਕੀ ਪੁਰਸ਼ ਕਦੇ ਨਾਰੀ ਦੀ ਬਰਾਬਰੀ ਹੈ? ਭਵਿੱਖ ਦਾ ਜੀਵਨ ਕਿਸ ਆਧਾਰ ਤੇ, ਕਿਸ ਯੋਜਨਾ ਦੇ ਨਾਲ ਪੂਰਾ ਕੀਤਾ ਜਾਵੇ? ਪਤੀ ਪਤਨੀ ਨੂੰ ਸ਼ੁਰੂ ਤੋਂ ਹੀ ਕਿਸ ਤਰ੍ਹਾਂ ਦੇ ਵਿਚਾਰਾਂ ਨੂੰ ਅਪਣਾਉਣਾ ਚਾਹੀਦਾ ਹੈ? ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੈ ਪੁਸਤਕ, ਜੋ ਸਾਨੂੰ ਨਾਰੀ ਦੇ ਜੀਵਨ ਦੀ ਅਹਿਮੀਅਤ ਦੱਸਦੀ ਹੈ ਅਤੇ ਸਮਾਜ ਵਿੱਚ ਉਸਦਾ ਸਥਾਨ ਉੱਚਾ ਚੁੱਕਦੀ ਹੈ। ਪੁਸਤਕ ਦੇ ਕੁਝ ਅੰਸ਼। ਨਾਰੀ ਦਾ ਸਹਿਯੋਗ ਨਾ ਮਿਲੇ ਤਾਂ ਸਮਝਣਾ ਚਾਹੀਦਾ ਹੈ ਕਿ ਮਾਨਵੀ ਸ੍ਰਿਸ਼ਟੀ ਇਸ ਸੰਸਾਰ ਵਿੱਚੋਂ ਸਮਾਪਤ ਹੋ ਗਈ। ਬਚਪਨ ਵਿੱਚ ਹੀ ਜ਼ਿਆਦਾ ਸਿੱਖਣ ਦੀ ਸਮਰੱਥਾ ਹੁੰਦੀ ਹੈ। ਉਸਦਾ ਵਿਕਾਸ ਮਾਤਾ ਦੀ ਛਤਰ ਛਾਇਆ ਵਿੱਚ ਹੀ ਹੁੰਦਾ ਹੈ। ਬਰਮਾ, ਯੂਗੋਸਲਾਵੀਆ ਆਦਿ ਦੇਸ਼ਾਂ ਵਿੱਚ ਖੇਤੀਬਾੜੀ ਅਤੇ ਪਸ਼ੂ ਪਾਲਣ ਵਰਗੇ ਮਿਹਨਤ ਵਾਲੇ ਕੰਮ ਅਤੇ ਝੰਜਟ ਭਰੇ ਕੰਮ ਨਾਰੀ ਦੇ ਸਹਾਰੇ ਚੱਲਦੇ ਹਨ। ਇਹਨਾਂ ਖੇਤਰਾਂ ਵਿੱਚ ਸਫਲਤਾ ਦਾ ਉਸਨੇ ਕੀਰਤੀਮਾਨ ਸਥਾਪਿਤ ਕੀਤਾ ਹੈ। ਔਰਤਾਂ ਵਪਾਰ ਕਰਕੇ ਨਹੀਂ ਕਮਾਉਂਦੀਆਂ, ਫਿਰ ਵੀ ਉਹ ਘਰ ਵਿੱਚ ਜੋ ਮਜ਼ਦੂਰੀ ਅਤੇ ਬੱਚਤ ਕਰਦੀ ਹੈ, ਉਸਦੀ ਕੀਮਤ ਜੋੜੀ ਜਾਵੇ ਤਾਂ ਕਮਾਈ ਵਿੱਚ ਓਨਾ ਹੀ ਯੋਗਦਾਨ ਸਿੱਧ ਹੁੰਦੀ ਹੈ ਜਿੰਨੀ ਪੁਰਸ਼ ਦੀ ਕਮਾਈ ਵਿੱਚ। ਜੇਕਰ ਪੁਰਸ਼ ਨੂੰ ਇਕੱਲਾ ਰਹਿਣਾ ਪਵੇ, ਹੋਟਲ ਵਿੱਚ ਖਾਣਾ ਅਤੇ ਬੋਰਡਿੰਗ ਵਿੱਚ ਰਹਿਣਾ ਪਵੇ, ਤਾਂ ਧੋਬੀ ਦੀ ਕੱਪੜਿਆਂ ਦੀ ਧੁਲਾਈ ਸਮੇਤ ਉਸਦਾ ਖਰਚ ਓਨਾ ਹੀ ਪਵੇਗਾ ਜਿੰਨੇ ਵਿੱਚ ਇੱਕ ਮੱਧ ਵਰਗੀ ਪਰਿਵਾਰ ਹੈ। ਇੱਕ ਲੱਤ, ਇੱਕ ਹੱਥ, ਇੱਕ ਅੱਖ, ਇੱਕ ਫੇਫੜਾ, ਇੱਕ ਗੁਰਦੇ ਨਾਲ ਜਿਵੇਂ ਕੋਈ ਵਿਅਕਤੀ ਤੰਦਰੁਸਤ, ਸੁੰਦਰ ਅਤੇ ਸਮਰਥ ਨਹੀਂ ਕਿਹਾ ਜਾ ਸਕਦਾ, ਇੱਕ ਪਹੀਏ ਦੀ ਗੱਡੀ ਉੱਤੇ ਸਵਾਰ ਹੋ ਕੇ ਕੋਈ ਲੰਬਾ ਸਫ਼ਰ ਨਹੀਂ ਕਰ ਸਕਦਾ, ਉਸੇ ਤਰ੍ਹਾਂ ਨਾਰੀ ਨੂੰ ਉਸਦੇ ਅਧਿਕਾਰ ਤੋਂ ਵੰਚਿਤ ਰੱਖ ਕੇ ਪੁਰਸ਼ ਵਰਗ ਨੂੰ ਨਾ ਤਾਂ ਖੁਸ਼ੀ ਉਤਸ਼ਾਹ ਦਾ ਮੌਕਾ ਮਿਲ ਸਕਦਾ ਹੈ, ਨਾ ਹੀ ਤਰੱਕੀ ਦਾ। ਵਰਤਮਾਨ ਯੁੱਗ ਧਰਮ ਦੀ ਸਧਾਰਨ ਮੰਗ ਇਹ ਹੈ ਕਿ ਜੇਕਰ ਮਨੁੱਖ ਜਾਤੀ ਨੂੰ ਪ੍ਰਸੰਨਤਾ, ਇਨਸਾਫ ਅਤੇ ਤਰੱਕੀ ਦੀ ਇੱਛਾ ਹੈ ਤਾਂ ਉਸਨੂੰ ਨਾਰੀ ਦੇ ਮਾਨਵੀ ਅਧਿਕਾਰ ਵਾਪਸ ਕਰਨੇ ਹੋਣਗੇ ਅਤੇ ਉਸਨੂੰ ਇਸ ਤਰ੍ਹਾਂ ਰਹਿਣ ਦਾ ਮੌਕਾ ਦੇਣਾ ਹੋਵੇਗਾ ਜਿਸ ਤੋਂ ਉਹ ਆਪਣੇ ਆਪ ਨੂੰ ਮਨੁੱਖ ਵਰਗਾ ਇੱਜ਼ਤਦਾਰ ਜੀਵਨ ਜੀਣ ਦਾ ਅਵਸਰ ਪ੍ਰਾਪਤ ਹੋ ਸਕੇ। ਮਾਂ ਦੀ ਮਮਤਾ, ਪਤਨੀ ਦਾ ਸਮਰਪਣ, ਭੈਣ ਦਾ ਪਿਆਰ, ਧੀ ਦੀ ਮਿੱਠੀ ਕੋਮਲਤਾ ਨਾਲ ਆਤਮਾ ਨੂੰ ਤਸੱਲੀ ਮਿਲਦੀ ਹੈ। ਉਸਦੀ ਕੀਮਤ ਪੈਸੇ ਨਾਲ ਨਹੀਂ ਮਾਪੀ ਤੋਲੀ ਜਾ ਸਕਦੀ। ਮਨੁੱਖ ਕੋਈ ਦ੍ਰਿਸ਼ਟੀਕੋਣਾਂ ਤੋਂ ਨਾਰੀ ਦਾ ਰਿਣੀ ਤੇ ਸ਼ੁਕਰਗੁਜ਼ਾਰ ਹੈ। ਇਸ ਲਈ ਸਹੀ ਮੁਲਾਂਕਣ ਕਰਨ ਵਾਲੇ ਦਾਰਸ਼ਨਿਕਾਂ ਅਤੇ ਧਰਮ ਸ਼ਾਸਤਰੀਆਂ ਨੇ ਉਸਨੂੰ ਵਡੱਪਨ ਦਿੱਤਾ ਹੈ, ਉਸਨੂੰ ਨਰਤਨਧਾਰੀ ਦੇਵੀ ਕਿਹਾ ਹੈ। ਪੁਰਾਤਨ ਸੰਵਿਧਾਨ ਲਿਖਣ ਵਾਲੇ ਮਨੂ ਨੇ ਇੱਥੋਂ ਤੱਕ ਕਿਹਾ ਹੈ, ਜਿਸ ਘਰ ਵਿੱਚ ਨਾਰੀ ਦੀ ਪੂਜਾ ਹੁੰਦੀ ਹੈ ਉੱਥੇ ਦੇਵਤਾ ਨਿਵਾਸ ਕਰਦੇ ਹਨ। ਕਮਾਈ ਮਰਦ ਕਰੇ ਤਾਂ ਕੋਈ ਹਰਜ ਨਹੀਂ, ਪਰ ਖਰਚ ਕਰਨ ਵੇਲੇ ਪਤਨੀ ਤੋਂ ਪੁੱਛ ਕੇ ਕਰਨਾ ਚਾਹੀਦਾ ਹੈ। ਜੇਕਰ ਘਰ ਦਾ ਖਰਚਾ ਪਤਨੀ ਦੁਆਰਾ ਕਰਵਾਇਆ ਜਾਵੇ ਤਾਂ ਉਸਨੂੰ ਆਪਣੇ ਘਰ ਦੀ ਮਾਲਕਣ ਹੋਣ ਦਾ ਅਹਿਸਾਸ ਹੁੰਦਾ ਹੈ। ਪਤਨੀ ਨੂੰ ਜੇਕਰ ਘਰ ਦੇ ਖਰਚੇ ਦਾ ਹਿਸਾਬ ਕਿਤਾਬ ਦੀ ਜਾਣਕਾਰੀ ਨਾ ਹੋਣ ਦਿੱਤੀ ਜਾਵੇ,
ਪੈਸਾ ਹਮੇਸ਼ਾ ਆਪਣੀ ਤਾਂ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹਨਾਂ ਨੂੰ ਕੋਈ ਅਧਿਕਾਰ ਨਹੀਂ। ਪਤੀ ਪਤਨੀ ਦਾ ਆਪਸੀ ਰਿਸ਼ਤਾ ਦੋ ਭਰਾਵਾਂ ਜਾਂ ਦੋ ਭੈਣਾਂ ਵਰਗਾ ਹੋਣਾ ਚਾਹੀਦਾ ਹੈ, ਜਿਸ ਦਾ ਉਦੇਸ਼ ਇੱਕ ਦੂਜੇ ਨੂੰ ਵਧੇਰੇ ਸਿਹਤਮੰਦ, ਉੱਨਤ, ਖੁਸ਼ਹਾਲ ਬਣਾਉਣਾ ਚਾਹੀਦਾ ਹੈ ਅਤੇ ਮਿਲ ਜੁਲ ਕੇ ਅਜਿਹੀ ਪ੍ਰਣਾਲੀ ਬਣਾਉਣੀ ਚਾਹੀਦੀ ਹੈ ਕਿ ਸਰਬਪੱਖੀ ਤਰੱਕੀ ਲਈ ਮਿਲ ਜੁਲ ਕੇ ਕੰਮ ਕੀਤਾ ਜਾਵੇ।